Variation of phase difference between displacement and driving force with the driving force frequency omega. ਸਪੋਜ਼ ਜਿਹੜੀ ਆਪਾਂ ਡਰਾਈਵਿੰਗ ਫੋਰਸ ਐਕਟ ਕਰ ਰਹੇ ਹਾਂ ਫੋਰਸ ਔਸੀਲੇਟਰ ਦੇ ਵਿੱਚ, ਉਸ ਦੀ ਵੈਲਿਊ ਹੈ ਕਿ ਤੁਹਾਡੇ ਕੋਲ F ਇਜ਼ ਇਕਸ ਟੂ F0 cos omega t। ਦੈਨ ਡਿਸਪਲੇਸਮੈਂਟ ਦੀ ਵੈਲਿਊ ਆਪਾਂ ਕੈਲਕੂਲੇਟ ਕੀਤੀ ਸੀ, ਉਹ ਆ ਜਾਏਗੀ X ਇਜ਼ ਇਕਸ ਟੂ F0 upon omega ZM ਇੰਟੂ ਸਾਈਨ omega t ਮਾਈਨਸ 5। ਅਤੇ ZM ਦੀ ਵੈਲਿਊ ਸੀਗੀ R ਸਕੇਅਰ ਪਲੱਸ omega M ਮਾਈਨਸ S upon omega ਦੀ ਹੋਲ ਸਕੇਅਰ, ਉਸ ਦੀ ਪਾਵਰ 1/2। ਅਤੇ tan phi ਦੀ ਵੈਲਿਊ ਸੀ omega M ਮਾਈਨਸ S upon omega ਇੰਟੂ R। ਇਹ ਫਿਰ ਤੁਹਾਡੇ ਕੋਲ ਜਿਹੜੀ ਅਗਰ ਫੋਰਸ ਇਹ ਵਾਲੀ ਸੀ, ਠੀਕ ਹੈ, ਦੈਨ ਇਹ ਵਾਲੀ ਜਿਹੜੀ ਇਕੁਏਸ਼ਨ ਹੈ ਉਸ ਨੂੰ ਆਪਾਂ ਰਿਡਿਊਸ ਕਰ ਸਕਦੇ ਹਾਂ ਕੋਸ ਥੀਟਾ ਦੀ ਫਾਰਮ ਦੇ ਵਿੱਚ। ਕੋਸ ਦੀ ਫਾਰਮ ਦੇ ਵਿੱਚ ਉਹ ਆ ਜਾਏਗੀ X ਇਜ਼ ਇਕਵਲਸ ਟੂ F0 upon omega ZM cos omega t ਮਾਈਨਸ 5 ਮਾਈਨਸ π/2। ਅਤੇ X ਦੀ ਵੈਲਿਊ ਆਪਾਂ ਲਿਖ ਸਕਦੇ ਹਾਂ F0 upon omega ZM cos omega t ਮਾਈਨਸ 5 ਪਲੱਸ π/2। ਹੁਣ ਇਸ ਇਕੁਏਸ਼ਨ ਤੋਂ ਆਪਣੇ ਕੋਲ ਕੀ ਨੋਨ ਹੋ ਰਿਹਾ, ਆਪਾਂ ਨੂੰ ਕੀ ਪਤਾ ਚੱਲ ਰਿਹਾ, ਜਿਹੜੀ ਡਿਸਪਲੇਸਮੈਂਟ ਆ ਉਹ ਲੈਗਸ ਬਿਹਾਈਂਡ ਡਰਾਈਵਿੰਗ ਫੋਰਸ π/2 ਪਲੱਸ 5 ਦੇ ਨਾਲ, ਠੀਕ ਹੈ, ਪਿੱਛੇ ਰਹਿ ਰਹੀ ਹੈ। ਦੈਨ ਜਿਹੜੀ ਇਕੁਏਸ਼ਨ ਹੈਗੀ ਥਰਡ, ਉਸ ਦੇ ਵਿੱਚ ਜਿਹੜਾ ਆਪਣੇ ਕੋਲ ਫਾਈ ਹੈਗਾ ਉਹ ਵੇਰੀ ਕਰ ਰਹੀ ਹੈ ਓਮੇਗਾ ਦੀ ਡਰਾਈਵਿੰਗ ਫ੍ਰੀਕੁਐਂਸੀ ਓਮੇਗਾ ਦੇ ਨਾਲ। ਦੈਨ ਫੇਜ਼ ਡਿਫਰੈਂਸ ਹੈਗਾ ਜਿਹੜਾ X ਤੇ F ਦੇ ਵਿਚਕਾਰ, ਉਹ ਕਿੰਨਾ ਹੈਗਾ, ਉਹ ਵੇਰੀ ਕਰੇਗਾ ਓਮੇਗਾ ਦੇ ਨਾਲ। ਹੁਣ ਫੇਜ਼ ਡਿਫਰੈਂਸ ਹੈਗਾ ਜਿਹੜਾ X ਤੇ F ਦਾ, ਉਸ ਨੂੰ ਅਗਰ ਆਪਾਂ ਡਿਨੋਟ ਕਰਾਂਗੇ ਥੀਟਾ ਦੇ ਨਾਲ, ਥੀਟਾ ਦੀ ਵੈਲਿਊ ਕੀ ਆ ਜਾਏਗੀ -5 ਪਲੱਸ π/2। ਉਸ ਤੋਂ ਬਾਅਦ ਆਪਾਂ ਇਸ ਨੂੰ ਗ੍ਰਾਫ ਦੀ ਫਾਰਮ ਦੇ ਸ਼ੋ ਕਰਾਂਗੇ, ਇਸ ਵਾਲੀ ਸਾਈਡ ਓਮੇਗਾ, ਇਸ ਵਾਲੀ ਸਾਈਡ ਹੈਗਾ ਥੀਟਾ। ਦੈਨ ਆਪਣੇ ਕੋਲ ਇੱਦਾਂ ਦਾ ਗ੍ਰਾਫ ਆ ਜਾਏਗਾ, ਇੱਦਾਂ ਦੀ ਵੇਰੀਏਸ਼ਨ ਆ ਜਾਏਗੀ। ਇਸ ਦੇ ਵਿੱਚ 3 ਕੇਸ ਅਰਾਈਜ਼ ਹੋ ਰਹੇ ਹੈ। ਫਸਟ ਹੈਗਾ ਜਦੋਂ ਓਮੇਗਾ ਦੀ ਵੈਲਿਊ ਵੈਰੀ ਸਮੋਲ ਹੈ, ਕਹਿ ਲਓ ਓਮੇਗਾ ਤੁਹਾਡੇ ਕੋਲ 0 ਦੇ ਇਕੁਅਲ ਹੈ। ਦੈਨ ਅਗਰ ਟੈਨ ਥੀਟਾ ਆਪਣੇ ਕੋਲ ਮਾਈਨਸ ਇਨਫਾਨਾਈਟ ਹੈ, ਠੀਕ ਹੈ, ਟੈਨ ਥੀਟਾ ਦੀ ਵੈਲਿਊ ਹੈ 5 ਕੀ ਹੈ ਤੁਹਾਡੇ ਕੋਲ ਮਾਈਨਸ π/2 ਹੈ, ਤਾਂ ਥੀਟਾ ਕੀ ਆ ਜਾਏਗਾ ਮਾਈਨਸ π/2 ਪਲੱਸ 5। 5 ਦੀ ਵੈਲਿਊ ਆਪਾਂ ਸਬਸਟੀਟਿਊਟ ਕਰਾਂਗੇ ਮਾਈਨਸ π/2, ਦੈਨ ਥੀਟਾ ਦੀ ਵੈਲਿਊ ਆ ਜਾਏਗੀ 0। ਦੈਟ ਮੀਨਸ ਡਿਸਪਲੇਸਮੈਂਟ ਤੇ ਡਰਾਈਵਿੰਗ ਫੋਰਸ ਉਹ ਇਨ ਫੇਜ਼ ਦੇ ਵਿੱਚ ਹੈ। ਸੈਕਿੰਡ ਕੇਸ ਕੀ ਹੈ, ਜਦੋਂ ਡਰਾਈਵਿੰਗ ਫ੍ਰੀਕੁਐਂਸੀ ਓਮੇਗਾ ਇਜ਼ ਇਕਵਲ ਟੂ ਰੂਟ S upon M ਹੈ, ਓਮੇਗਾ ਨੋਟ ਦੇ ਇਕੁਅਲ ਹੈ। ਟੈਨ ਫਾਈ ਦੀ ਵੈਲਿਊ ਕੀ ਹੈ ਤੁਹਾਡੇ ਕੋਲ ਰੂਟ S upon omega, ਓਮੇਗਾ ਦੀ ਜਗ੍ਹਾ 'ਤੇ ਸਬਸਟੀਟਿਊਟ ਕਰਾਂਗੇ ਰੂਟ S upon M ਇੰਟੂ M ਮਾਈਨਸ S upon ਰੂਟ S upon M। ਇਹ ਵੀ ਤੁਹਾਡੇ ਕੋਲ 0 ਦੇ ਇਕੁਅਲ ਆ ਜਾਏਗਾ। ਫਾਈ ਇਸ ਕੇਸ ਦੇ ਵਿੱਚ 0 ਹੈ, ਦੈਨ ਥੀਟਾ ਆ ਜਾਏਗਾ ਮਾਈਨਸ π/2। ਤਾਂ ਇਸ ਕੇਸ ਦੇ ਵਿੱਚ ਕੀ ਕਹਾਂਗੇ, ਡਿਸਪਲੇਸਮੈਂਟ ਲੈਗ ਬਿਹਾਈਂਡ ਦਾ ਡਰਾਈਵਿੰਗ ਫੋਰਸ ਬਾਏ π/2 ਦੇ ਨਾਲ ਪਿੱਛੇ ਚੱਲ ਰਹੇ ਹਾਂ। ਥਰਡ ਕੇਸ ਦੇ ਵਿੱਚ ਅਗਰ ਟੈਨ ਫਾਈ ਦੀ ਵੈਲਿਊ ਪਲੱਸ ਇਨਫਾਨਾਈਟ ਹੈ, ਜਾਂ ਕਹਿ ਲਓ ਫਾਈ ਦੀ ਵੈਲਿਊ ਆਪਣੇ ਕੋਲ π/2 ਹੈ, ਦੈਨ ਥੀਟਾ ਦੀ ਵੈਲਿਊ ਕੀ ਆ ਜਾਏਗੀ ਮਾਈਨਸ π। ਦੈਟ ਮੀਨਸ ਜਿਹੜੀ ਡਿਸਪਲੇਸਮੈਂਟ ਆ ਉਹ ਕੀ ਹੈ, ਪਾਈ ਦੇ ਡਿਫਰੈਂਸ ਦੇ ਨਾਲ ਪਿੱਛੇ ਚੱਲ ਰਹੇ ਹੈ। ਅਗਰ ਫਾਈ ਤੇ ਵਿਦ ਓਮੇਗਾ ਦੇ ਨਾਲ ਵੇਰੀਏਸ਼ਨ ਸ਼ੋ ਕਰੀਏ, ਓਮੇਗਾ ਇਹ ਵਾਲੀ ਸਾਈਡ ਹੈ, ਇੱਧਰ ਤੁਹਾਡੇ ਕੋਲ ਹੈਗਾ ਫਾਈ ਪੋਜ਼ੀਟਿਵ π/2 ਦੇ ਲਈ, ਠੀਕ ਹੈ, ਪੋਜ਼ੀਟਿਵ π/2 ਦੇ ਲਈ ਆਪਣੇ ਕੋਲ ਕੀ ਆ ਜਾਏਗਾ ਥੀਟਾ ਦੀ ਵੈਲਿਊ ਕੀ ਆ ਜਾਏਗੀ ਮਾਈਨਸ π। ਅਤੇ ਆਹ ਵਾਲਾ ਜਿਹੜਾ ਫਾਈ ਇਸ ਦੇ ਨਾਲ ਇਨਕਰੀਜ਼ ਕਰ ਰਿਹਾ, ਇਸ ਦੇ ਵਿੱਚ ਆਪਣੇ ਕੋਲ ਮਾਈਨਸ π/2 ਹੈ। ਫਸਟ ਕੇਸ ਲਈ ਇਹ ਵਾਲੀ ਸ਼ੋਨ ਹੈ, ਸੈਕਿੰਡ ਦੇ ਲਈ ਇਹ ਹੈ, ਥਰਡ ਦੇ ਲਈ ਇਹ ਵਾਲਾ ਕੇਸ ਹੈ। ਜਦੋਂ ਫ੍ਰੀਕੁਐਂਸੀ ਲੋਅਰ ਹੈ ਦੈਨ ਪਾਈ ਕੀ ਆਪਣੇ ਕੋਲ ਮਾਈਨਸ π/2 ਹੈ, ਫ੍ਰੀਕੁਐਂਸੀ ਲੋਅਰ ਹੈ ਜਦੋਂ ਓਮੇਗਾ, ਜਦੋਂ ਓਮੇਗਾ ਨੋਟ ਦੇ ਇਕੁਅਲ ਹੈ ਆਹ ਵਾਲੀ ਰੈਜ਼ੋਨੈਂਸ ਦੇ ਉੱਪਰ, ਦੈਨ ਫਾਈ ਤੁਹਾਡੇ ਕੋਲ ਕੀ ਆ ਜਾਏਗਾ 0। ਹਾਈ ਫ੍ਰੀਕੁਐਂਸੀ ਦੇ ਉੱਪਰ ਫਾਈ ਆਪਣੇ ਕੋਲ ਵੈਲਿਊ ਆ ਜਾਏਗੀ π/2। ਨੈਕਸਟ ਹੈਗੀ ਹੈ ਵੇਰੀਏਸ਼ਨ ਆਫ ਡਿਸਪਲੇਸਮੈਂਟ ਐਂਪਲੀਟਿਊਡ ਵਿਦ ਡਰਾਈਵਿੰਗ ਫੋਰਸ ਫ੍ਰੀਕੁਐਂਸੀ ਓਮੇਗਾ। ਹੁਣ ਡਰਾਈਵਿੰਗ ਫੋਰਸ ਜਦੋਂ ਐਕਟ ਕਰ ਰਹੀ ਹੈ F ਇਜ਼ ਇਕਵਲ ਟੂ F0 cos omega, ਦੈਨ X ਨੂੰ ਆਪਾਂ ਕੀ ਲਿਖ ਸਕਦੇ ਹਾਂ F0 upon omega ZM sin omega t ਮਾਈਨਸ 5। ਅਗਰ F0 upon omega Z ਨੂੰ ਇਹ ਪੁੱਟ ਕਰੀਏ ਐਂਪਲੀਟਿਊਡ, ਦੈਨ ਐਂਪਲੀਟਿਊਡ ਦੀ ਆਪਣੇ ਕੋਲ ਵੈਲਿਊ ਕੈਲਕੂਲੇਟ ਹੋਈ ਸੀ F0 upon omega ਇੰਟੂ R ਸਕੇਅਰ ਪਲੱਸ omega M ਮਾਈਨਸ S upon omega ਦੀ ਹੋਲ ਸਕੇਅਰ ਦੀ ਪਾਵਰ 1/2। ਇਸ ਦੇ ਲਈ 3 ਕੇਸ ਅਰਾਈਜ਼ ਹੋ ਰਹੀ ਹੈ। ਫਸਟ ਹੈਗਾ ਜਦੋਂ ਓਮੇਗਾ ਵੈਰੀ ਸਮੋਲ ਹੈ, ਕਹਿ ਲਓ 0 ਹੈ। ਇਸ ਕੇਸ ਦੇ ਵਿੱਚ S upon omega ਵਾਲੀ ਜਿਹੜੀ ਟਰਮ ਹੈ ਉਹ ਡੋਮੀਨੇਟ ਕਰੇਗੀ, ਅਤੇ ਇਸ ਜਿਹੜਾ ਔਸੀਲੇਟਰ ਉਸ ਨੂੰ ਆਪਾਂ ਕਹਾਂਗੇ ਸਟਿਫਨੈਸ ਕੰਟਰੋਲਡ ਔਸੀਲੇਟਰ। ਇਸ ਦੇ ਵਿੱਚ ਜਿਵੇਂ ZM ਦੀ ਵੈਲਿਊ ਆਪਣੇ ਕੋਲ R ਸਕੇਅਰ ਪਲੱਸ ਓਮੇਗਾ M ਮਾਈਨਸ S upon omega ਦੀ ਹੋਲ ਸਕੇਅਰ ਦੀ ਪਾਵਰ 1/2 ਹੈ। ਅਪਰੋਕਸੀਮੇਟਲੀ ਇਸ ਦੇ ਵਿੱਚ ਕੀ ਹੈ, S upon ਜਿਹੜੀ ਓਮੇਗਾ ਵਾਲੀ ਟਰਮ ਹੈ ਉਹ ਡੋਮੀਨੇਟ ਕਰੇਗੀ, ਬਿਕੋਜ਼ ਇਹ ਵਾਲੀ ਜਿਹੜੀ R ਹੈ ਇਹ ਵੀ ਲਾਰਜ ਨਹੀਂ ਹੈ,
ठीक है। दैन ए दी वैल्यू की आ जाएगी तुहाडे कोल एफ नॉट अपॉन ओमेगा इंटू एस अपॉन ओमेगा दैट इज इक्वल्स टू एफ नॉट अपॉन एस। सैकेंड केस दे विच जदों ओमेगा दी वैल्यू वेरी वेरी लार्ज है, से ओमेगा टेंड्स टू इनफाइनाइट, दैन जेड एम दे विच जिहड़ी ओमेगा एम वाली टर्म है डोमीनेट करेगी। हुण ए आ जाएगा एस अपॉन इनफाइनाइट मीनस जीरो के इक्वल है। दैन इस विच ओमेगा एम वाली टर्म डोमीनेट करेगी तो ए वाले ऑसीलेटर नूं कहांगे इनर्शिया कंट्रोल्ड ऑसीलेटर। तो इस दे विच एक्सरले ए दी वैल्यू आ जाएगी एंपलीट्यूड एफ नॉट अपॉन ओमेगा इंटू ओमेगा एम दैट इज इक्वल्स टू एफ नॉट ओमेगा स्केयर अपॉन एफ नॉट अपॉन ओमेगा स्केयर इंटू एम। थर्ड केस आ रहा है रेजोनेंस। ये जो स्पैशल केस है जो एंपलीट्यूड की वैल्यू मैक्सीमम आएगी। मैक्सीमम कदों आएगी जो अपने को ओमेगा जैड एम की होएगा मिनीमम। ठीक है, इस केस के लिए आप ओमेगा जैड एम नू मिनीमम लैके चलांगे। उसका डेरीवेटिव है जो ओमेगा जैड एम का अप्रोक्सीमेटली किस दे उपर रखांगे जीरो दे। ठीक है, उसका डेरीवेटिव करने तो बाद अपने को ये वाली वैल्यू आ जाएगी ओमेगा इंटू आर स्केयर प्लस 2m इंटू ओमेगा स्केयर एम माइनस एस अपॉन ओमेगा जैड एम। तो इसनों आप लिख सकते हैं जीरो के इक्वल। दैन ए वाली उपर वाली टर्म अपने को जीरो के इक्वल आएगी। इस केस के जो तुहाडे कोले ओमेगा जीरो के इक्वल है दैन की आ जाएगा आर स्केयर प्लस 2m ओमेगा स्केयर एम माइनस एस इज इक्वल टू जीरो। इस दे विच सारा कुछ सॉल्व करने तो बाद ओमेगा अपने को किस दे इक्वल आ जाएगा एस अपॉन एम माइनस आर स्केयर अपॉन 2m स्केयर की पावर 1/2। इसनों आप एक न्यू फ्रीकुएंसी लैट कर सकते हैं ओमेगा डैश। ठीक है, हुण मैक्सीमम वैल्यू ऑफ डिसप्लेसमेंट के लिए आप जो एंपलीट्यूड है ए इज इक्वल टू एफ नॉट अपॉन ओमेगा जैड एम वो लैके चलांगे। रेजोनेंस केस दे विच अपने को ओमेगा की वैल्यू आ गई ओमेगा इंटू जैड एम। ओमेगा की वैल्यू पुट करांगे जैड एम की वैल्यू पुट करांगे उसकी वैल्यू तुहाडे कोल आ जाएगी ओमेगा जैड एम इज इक्वल टू आर इंटू एस अपॉन एम माइनस आर स्केयर अपॉन 4m स्केयर दी पावर 1/2 इज इक्वल टू ओमेगा नॉट डैश आर दे। ठीक है, जिमें जिमें अपनी जी डैंपिंग है वो लार्ज होंदी जाएगी दैन एंपलीट्यूड अपने को आ जाएगा स्मॉल आ जाएगा। उस तो बाद है वेरीएशन ऑफ वेलोसिटी एंपलीट्यूड विद द ड्राइविंग फोर्स फ्रीकुएंसी ओमेगा। वेलोसिटी अपने को एफ नॉट अपॉन जैड एम दे तो वी नॉट की वैल्यू आ जाएगी एफ नॉट अपॉन जैड एम की वैल्यू सबस्टिट्यूट करांगे आर स्केयर प्लस ओमेगा एम माइनस एस अपॉन ओमेगा की होल स्केयर की पावर 1/2। इस लिए भी अपने को 3 केस अराइज हो रहे हैं। फर्स्ट केस है जो ओमेगा की वैल्यू तुहाडे कोले लो है दैट मीनस जो वैल्यू लो है तो एस अपॉन ओमेगा वाली टर्म डोमीनेट करेगी तो वो वाले ऑसीलेटर को आप कहेंगे स्टिफनेस कंट्रोल। ठीक है, तो लो फ्रीकुएंसीज उपर अपनी जी वेलोसिटी एंपलीट्यूड है जीरो आएगा। जो सैकेंड केस है जो अपने को फ्रीकुएंसी हाई है दैन इस केस दे विच ओमेगा एम वाली टर्म डोमीनेट करेगी तो वह वाला जो ऑसीलेटर है उसनों आप कहेंगे इनर्शिया कंट्रोल। इस दे विच हाई फ्रीकुएंसी के उपर वेलोसिटी एंपलीट्यूड अपना की रहेगा जीरो। थर्ड केस है जो अपनी जी फ्रीकुएंसी है ओमेगा इज इक्वल टू ओमेगा एम कहेंगे या इज इक्वल टू रूट एस अपॉन एम। ठीक है, इस केस के जो जैड एम की वैल्यू तुहाडे कोल आर आ जाएगी मिनीमम पैसिबल वैल्यू ऑफ जैड एम फॉर अ डैम्प्ड ऑसीलेटर। इस फ्रीकुएंसी के उपर एंपलीट्यूड मैक्सीमम होना चाहिए। इसनों आप कहेंगे द ऑसीलेटर एट द फ्रीकुएंसी सैड टू बी इन वेलोसिटी रेजोनेंस ते मैक्सीमम वैल्यू ऑफ वेलोसिटी एंपलीट्यूड वेलोसिटी की वैल्यू मैक्सीमम बी मैक्सीमम इज इक्वल टू किस दे एफ नॉट अपॉन आर दे। ते ये वाली तुहाडे कोले वेरीएशन दी हुई है। नैक्सट है वेरीएशन ऑफ एक्सरलेशन एंपलीट्यूड विद द ड्राइविंग फोर्स फ्रीकुएंसी ओमेगा के नाल। हुण एक्सरलेशन अपने कोल है ओमेगा एफ नॉट अपॉन जैड एम तो ए नॉट की वैल्यू एक्सरलेशन एंपलीट्यूड की वैल्यू हैगी ओमेगा एफ नॉट अपॉन आर स्केयर प्लस ओमेगा एम माइनस एस अपॉन ओमेगा की होल स्केयर की पावर 1/2। इस केस के जो अपनी नीचे वाली टर्म के आप ओमेगा स्केयर नूं कॉमन लैवांगे दैन ओमेगा ओनली बाहर आएगा क्योंकि स्केयरिंग उपर 1/2 है। स्केयरिंग के 1/2 कैंसल है, कला ओमेगा बाहर आएगा अपने को। दैन एक्सरलेशन आप लिख सकते हैं ए नॉट इज इक्वल टू एफ नॉट अपॉन आर अपॉन ओमेगा स्केयर प्लस एम माइनस एस अपॉन ओमेगा दी स्केयर उसकी होल स्केयर दी पावर 1/2। सिमिलर केस 3 अपने को राइज हो रहे हैं। फर्स्ट है फ्रीकुएंसी लो है, जो फ्रीकुएंसी लो है दैन इस एस अपॉन ओमेगा स्केयर वाली जी टर्म है डिनोमीनेटर वो डोमीनेट करेगी बिकॉज आर इज सो स्मॉल।
ਇਹ ਵਾਲਾ ਜਿਹੜਾ ਓਸੀਲੇਟਰ ਹੈ ਇਸ ਨੂੰ ਕਹਾਂਗੇ ਸਟਿਫਨੈਸ ਕੰਟਰੋਲ। ਸਮਾਲ ਵੈਲਿਊ ਦੇ ਲਈ ZM ਦੀ ਵੈਲਿਊ ਆਪਣੇ ਕੋਲ S ਅਪੋਨ ਓਮੇਗਾ ਆਏਗੀ ਤੇ A0 ਦੀ ਵੈਲਿਊ ਆ ਜਾਏਗੀ ਓਮੇਗਾ ਸਕੁਅਰ F0 ਅਪੋਨ S। ਜੇ ਓਮੇਗਾ ਦੀ ਵੈਲਿਊ 0 ਹੈ ਦੈਨ ਐਕਸਲਰੇਸ਼ਨ ਵੀ ਟੈਂਡ ਕਰੇਗੀ 0 ਨੂੰ। ਇਸ ਕੇਸ ਦੇ ਵਿੱਚ ਜਿਹੜਾ ਐਂਪਲੀਟਿਊਡ ਹੈਗਾ ਐਕਸਲਰੇਸ਼ਨ ਦਾ ਉਹ ਕੀ ਆਏਗਾ 0। ਸੈਕਿੰਡ ਕੇਸ ਹੈਗਾ ਜਦੋਂ ਆਪਣੇ ਕੋਲ ਫ੍ਰੀਕੁਐਂਸੀ ਇਨਫਾਈਨਾਈਟ ਹੈ, ਇਸ ਕੇਸ ਦੇ ਵਿੱਚ M ਓਮੇਗਾ ਵਾਲੀ ਟਰਮ ਡੋਮੀਨੇਟ ਕਰੇਗੀ ਡਿਨੋਮੀਨੇਟਰ ਦੇ ਵਿੱਚ ਤੇ ਇਸ ਓਸੀਲੇਟਰ ਨੂੰ ਕਹਾਂਗੇ ਆਪਾਂ ਇਨਰਸ਼ੀਆ ਕੰਟਰੋਲ। ਜਦੋਂ ਓਮੇਗਾ ਇਨਫਾਈਨਾਈਟ ਹੈ ਦੈਟ ਮੀਨਸ A0 ਦੀ ਵੈਲਿਊ ਆਪਣੇ ਕੋਲ ਕੀ ਆ ਜਾਏਗੀ F0 ਅਪੋਨ M। ਇਸ ਕੇਸ ਦੇ ਵਿੱਚ ਜਦੋਂ ਫ੍ਰੀਕੁਐਂਸੀ ਹਾਈ ਹੈ ਦੈਨ ਐਕਸਲਰੇਸ਼ਨ ਐਂਪਲੀਟਿਊਡ ਇੰਡੀਪੈਂਡੈਂਟ ਕਰੇਗਾ ਫ੍ਰੀਕੁਐਂਸੀ ਦੇ ਉੱਪਰ। ਇੱਥੇ ਓਨਲੀ M ਸੀ, ਇਸੇ ਲਈ ਫ੍ਰੀਕੁਐਂਸੀ ਦੇ ਉੱਪਰ ਇੰਡੀਪੈਂਡੈਂਟ ਹੋਏਗਾ ਹਾਈ ਫ੍ਰੀਕੁਐਂਸੀ ਦੇ ਵਿੱਚ ਇਨਰਸ਼ੀਆ ਕੰਟਰੋਲ। ਥਰਡ ਹੈਗਾ ਐਕਸਲਰੇਸ਼ਨ ਐਂਪਲੀਟਿਊਡ ਬਿਕਮਸ ਮੈਕਸਿਮਮ। ਇਹ ਵਾਲਾ ਐਂਪਲੀਟਿਊਡ ਮੈਕਸਿਮਮ ਕਦੋਂ ਹੋਏਗਾ ਜਦੋਂ ਓਮੇਗਾ ਅਪੋਨ ZM ਦੀ ਵੈਲਿਊ ਹੈਗੀ ਮਿਨੀਮਮ ਹੋਏਗੀ, ਜਾਂ ਆਪਾਂ ਕਹਿ ਸਕਦੇ ਹਾਂ ZM ਅਪੋਨ ਓਮੇਗਾ ਮੈਕਸਿਮਮ ਹੋਏਗਾ, ਜਾਂ ZM ਅਪੋਨ ਓਮੇਗਾ ਨੂੰ ਆਪਾਂ ਕੀ ਲਿਖ ਸਕਦੇ ਹਾਂ ਓਮੇਗਾ ਇਨਵਰਸ ZM ਦੀ ਵੈਲਿਊ ਆਪਣੇ ਕੋਲੇ ਮੈਕਸਿਮਮ ਹੋਣੀ ਚਾਹੀਦੀ ਹੈ। ਆਪਾਂ ਡੈਰੀਵੇਟਿਵ ਕਰਾਂਗੇ ਓਮੇਗਾ ਇਨਵਰਸ ਇੰਟੂ ZM ਦਾ, ਉਸ ਦੀ ਵੈਲਿਊ ਨੂੰ ਇਕੁਅਲ ਟੂ ਰੱਖਾਂਗੇ 0 ਦੀ। ਡੈਰੀਵੇਟਿਵ ਕਰਨ ਤੋਂ ਬਾਅਦ ਆਪਣੇ ਜਿਹੜੇ ਆਹ ਵਾਲੀ ਟਰਮ ਹੈ ਉਸ ਨੂੰ 0 ਦੇ ਉੱਤੇ ਰੱਖਾਂਗੇ ਦੈਨ ਓਮੇਗਾ ਦੀ ਵੈਲਿਊ ਆ ਜਾਏਗੀ ਰੂਟ 2S ਸਕੁਅਰ ਅਪੋਨ 2SM ਮਾਈਨਸ R ਸਕੁਅਰ। ਉਸ ਨੂੰ ਆਪਾਂ ਨਿਊ ਫ੍ਰੀਕੁਐਂਸੀ ਦੇ ਉੱਤੇ ਰੱਖਾਂਗੇ ਓਮੇਗਾ ਡਬਲ ਡੈਸ਼ ਦੇ। ਐਕਸਲਰੇਸ਼ਨ ਐਂਪਲੀਟਿਊਡ ਮੈਕਸਿਮਮ ਕਦੋਂ ਹੈ ਜਦੋਂ ਇਹ ਵਾਲੀ ਆਪਣੇ ਕੋਲ ਫ੍ਰੀਕੁਐਂਸੀ ਓਮੇਗਾ ਡਬਲ ਡੈਸ਼ ਦੇ ਇਕੁਅਲ ਹੈ, ਠੀਕ ਹੈ, ਨੈਚੁਰਲ ਫ੍ਰੀਕੁਐਂਸੀ। ਤੇ ਇਹ ਮੈਕਸਿਮਮ ਆ ਜਾਏਗਾ A ਡਬਲ ਡੈਸ਼ F0 ਅਪੋਨ R ਸਕੁਅਰ ਪਲਸ ਓਮੇਗਾ ਡਬਲ ਡੈਸ਼ M ਮਾਈਨਸ S ਅਪੋਨ ਓਮੇਗਾ ਡਬਲ ਡੈਸ਼ ਦੀ ਹੋਲ ਸਕੁਅਰ ਉਸ ਦੀ ਪਾਵਰ 1/2।